ਅੱਗੇ ਵਧਾਂਗੇ। ਕੈਨੇਡਾ ਸਰਕਾਰ ਦੇ ਵੱਲੋਂ ਆਪਣੇ ਨਾਗਰਿਕਾਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਜੰਮੂ ਕਸ਼ਮੀਰ ਦੀ ਯਾਤਰਾ ਨਾ ਕਰਨ ਦੇ ਹੁਕਮ ਦਿੱਤੇ ਗਏ ਨੇ। ਮਣੀਪੁਰ, ਅਸਮ ਨੂੰ ਵੀ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਰਾਜਸਥਾਨ ਤੇ ਗੁਜਰਾਤ ਨਾ ਜਾਣ ਦੇ ਵੀ ਹੁਕਮ ਨੇ। ਨਾਗਰਿਕਾਂ ਦੀ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ। ਕਿਹਾ ਗਿਆ ਕਿ ਉੱਥੇ ਟੈਰਰਿਜ਼ਮ ਹੈ, ਕਿਡਨੈਪਿੰਗ ਦੀਆਂ ਘਟਨਾਵਾਂ ਨੇ ਜਿਹੜੀਆਂ ਵੱਧ ਰਹੀਆਂ ਨੇ, ਕਿਡਨੈਪਿੰਗ ਹੋ ਸਕਦੀ ਹੈ, ਜਿਸ ਦੇ ਚੱਲਦਿਆਂ ਆਪਣੇ ਕੈਨੇਡੀਅਨ ਸਿਟੀਜ਼ਨਸ ਨੂੰ ਭਾਰਤ ਦੇ ਇਹਨਾਂ ਸੂਬਿਆਂ ਦੇ ਵਿੱਚ ਨਾ ਜਾਣ ਦੀ ਤਾਕੀਦ ਕੀਤੀ ਗਈ ਹੈ ਤੇ ਇੱਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਸੁਰੱਖਿਆ ਕਾਰਨਾਂ ਦਾ ਹਵਾਲਾ ਕੈਨੇਡਾ ਦੀ ਗਵਰਨਮੈਂਟ ਦੇ ਵੱਲੋਂ ਦਿੱਤਾ ਗਿਆ ਹੈ। ਹਾਲਾਂਕਿ ਜੋ ਟਕਰਾਓ ਹੈ ਵੱਧ ਰਿਹਾ ਹੈ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਤੋਂ ਬਾਅਦ, ਕਿਉਂਕਿ ਇਲਜ਼ਾਮ ਕੈਨੇਡਾ ਨੇ ਭਾਰਤ ਤੇ ਲਗਾਏ ਨੇ। ਇੱਕ ਦੂਸਰੇ ਦੇ ਡਿਪਲੋਮੈਟਸ ਨੂੰ ਵੀ ਬਾਹਰ ਭੇਜ ਦਿੱਤਾ ਗਿਆ ਦੇਸ਼ਾਂ ਤੋਂ। ਹਾਲਾਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਆਖਿਆ ਕਿ ਅਸੀਂ ਤਣਾਅ ਨਹੀਂ ਵਧਾਉਣਾ ਚਾਹੁੰਦੇ ਤੇ ਭਾਰਤ ਤੋਂ ਇਸ ਮਸਲੇ ਤੇ ਸਹਿਯੋਗ ਦੀ ਮੰਗ ਕਰਦੇ ਹਾਂ, ਸੀਰੀਅਸਲੀ कार्रवाई की मांग करते हैं। कनाडा सरकार के वालों नागरिकों लिए एडवाइजरी जारी कर दी गई है। कई सूबों के ना जाने के हुक्म ने। पंजाब, गुजरात, राजस्थान, मणिपुर नागरिकों की सुरक्षा करने का हवाला दिता गया। जम्मू कश्मीर के भी ना जाने के हुक्म ने। साडे से बज़म वर्मा साडे नाल लाइव जुड़ चुके हैं। बज़म का रुख कर लेना। बज़म एक एडवाइजरी जारी की गई है। कई स्टेट्स के ना जाने की ताकीद की गई है। हालांकि विवाद है जो दूसरा भी वधिया होया हरदीप सिंह निज्जर नूं लैके ते जो एडवाइजरी जारी की गई है वो अपडेशन है जो पहली एडवाइजरी सी। कि कुछ होर जानकारी तुहाडे कोल तफसील जानना चाहांगे उसकी। देखो, सब तो पहला माफ़ करना, मैं कहूँगा पीसीआर जरूर आवाज़ घट कर दे एक बारी जी। तो जिस तरीके 18 तरीक को हाउस ऑफ कॉमन्स जस्टिन ट्रूडो अपना बयान रखते हैं, स्टेटमेंट देते हैं, पर स्टेटमेंट ये होंगी है कि दूसरे देश के प्रधानमंत्री तो उस देश के खिलाफ जिस ये कहा गया कि उन्हों का जोड़ा एक सिटीजन है, कैनेडियन सिटीजन, जिन्होंने इंडिया एक अतवादी कहता है, कि वो किलिंग च हरदीप सिंह निज्जर की किलिंग च जोड़ा है वो इंडिया का हत्थ है, इंडिया की एजेंसीज़ का हत्थ है। तो वो मंग भी करते हैं कि इंडिया जोड़ा है वो मदद करे ये सारी इन्वेस्टिगेशन च। जबकि उन्होंने आप दी पुलिस जी स्टार्टिंग ये चीज़ कह चुकी सी कि हरदीप सिंह निज्जर की कतल जोड़ा है वो हो सकता है क्योंकि उत्थे कुछ विवाद चल रहा है दो गुटां दे विच, इस करके हो सकता है। पर जिस तरीके ने पुख्ता सबूत की गल की जस्टिन ट्रूडो ने, तो यह भी कहा कि साडे कोल प्राइमरीली इन्वेस्टिगेशन जो है वो एजेंसी साडी कनेडा की चल रही ने, वो इन्वेस्टिगेशन करके ये दस रही ने कि कुछ भारतीय एजेंसियों का जोड़ा इस हत्थ है। पर फिलहाल थोड़ा ये भी दस दईए कि जिस तरीके बाद उस तो बाद असी एक्सपेल वर्ड नहीं कहांगे, ਅਸੀਂ ਇਹ ਕਹਾਂਗੇ ਕਿ ਦੇਸ਼ ਨਿਕਾਲਾ। ਕਿਉਂਕਿ ਜਿਸ ਤਰੀਕੇ ਨਾਲ ਸਾਡੇ ਜਿਹੜੇ ਡਿਪਲੋਮੈਟ ਨੇ ਜਿਨ੍ਹਾਂ ਨੂੰ ਰੋ ਦਾ ਚੀਫ ਉੱਥੇ ਦਾ ਕਿਹਾ ਗਿਆ, ਉਹ ਉਹਨਾਂ ਨੂੰ ਜਿਹੜਾ ਹੈ ਉਹ ਦੇਸ਼ ਨਿਕਾਲਾ ਕੀਤਾ ਗਿਆ, ਉਹਨਾਂ ਨੂੰ ਐਕਸਪੈਲ ਕੀਤਾ ਗਿਆ, ਜਿਹੜਾ ਵਰਡ ਇਸਤੇਮਾਲ ਕੀਤਾ ਜਾ ਰਿਹਾ ਇਸ ਵਕਤ ਮੀਡੀਆ 'ਚ ਕਿ ਉਹਨਾਂ ਨੂੰ ਵਾਪਸ ਦੇਸ਼ ਲਿਜਾਣ ਲਈ ਕਿਹਾ ਗਿਆ। ਦੂਜੇ ਪਾਸੇ ਜੋ ਓਲੀਵਰ ਸਿਲਵੈਸਟਰ ਦੀ ਗੱਲ ਕਰ ਲਈਏ, ਜਿਹੜੇ ਕਿ ਇੰਡੀਆ 'ਚ ਉਹਨਾਂ ਵੱਲੋਂ ਜਿਹੜੇ ਡਿਪਲੋਮੈਟ ਬੈਠੇ ਸੀਗੇ, ਉਹਨਾਂ ਨੂੰ ਇਹ ਦੇਸ਼ ਨੇ ਯਾਨੀ ਇੰਡੀਆ ਨੇ ਵੀ ਫਿਰ ਕਹਿ ਦਿੱਤਾ ਕਿ ਤੁਸੀਂ 5 ਦਿਨ ਦੇ ਅੰਦਰ ਜਿਹੜਾ ਹੈ ਉਹ ਤੁਸੀਂ ਵਾਪਸ ਜਾ ਸਕਦੇ ਹੋ। ਦੂਜੇ ਪਾਸੇ ਜਿਸ ਤਰੀਕੇ ਨਾਲ ਹੁਣ ਇੱਕ ਐਡਵਾਈਜ਼ਰੀ ਜਿਹੜੀ ਉਹ ਜਾਰੀ ਕੀਤੀ ਗਈ ਹੈ, ਐਡਵਾਈਜ਼ਰੀ 'ਚ ਇਹ ਕਿਹਾ ਗਿਆ ਕਿ ਤੁਸੀਂ ਜਿਹੜਾ ਹੈਗਾ ਉਹ ਇੰਡੀਆ ਜਾ ਰਹੇ ਹੋ ਤਾਂ ਕਿਸ ਚੀਜ਼ ਦਾ ਧਿਆਨ ਰੱਖੋ। ਜੇ ਇੰਡੀਆ ਜੰਮੂ ਕਸ਼ਮੀਰ, ਹਰਿਆਣਾ, ਪੰਜਾਬ ਜਾ ਰਹੇ ਹੋ ਤਾਂ ਉਸ ਚੀਜ਼ ਦਾ ਕਿਸ ਤਰੀਕੇ ਦਾ ਧਿਆਨ ਰੱਖਣਾ ਚਾਹੀਦਾ ਹੈ। ਇਹ ਐਡਵਾਈਜ਼ਰੀ ਇਸ ਤਰੀਕੇ ਨਾਲ ਜਾਰੀ ਕੀਤੀ ਜਾਂਦੀ ਹੈ ਜਿਵੇਂ ਯੂਐਸ 'ਚ ਕਈ ਵਾਰੀ ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਹੈ ਕਿ ਜੇ ਤੁਸੀਂ ਪਾਕਿਸਤਾਨ ਜਾ ਰਹੇ ਹੋ ਜਾਂ ਫਿਰ ਅਫਗਾਨਿਸਤਾਨ ਜਾ ਰਹੇ ਹੋ ਤਾਂ ਕਿਸ ਚੀਜ਼ ਦਾ ਧਿਆਨ ਰੱਖੋ। ਤੇ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਣਾ ਕਿ ਸ਼ਾਇਦ ਕਿਉਂਕਿ ਪਹਿਲਾਂ ਤਾਂ ਜਿਹੜਾ ਹੈ ਉਹ ਪਾਕਿਸਤਾਨ ਦੀ ਪਾਰਲੀਮੈਂਟ 'ਚ ਕਈ ਵਾਰੀ ਭਾਰਤ ਦਾ ਨਾਂ ਜਿਹੜਾ ਆਇਆ ਹੋਣਾ ਇਸ ਤਰੀਕੇ ਨਾਲ, ਪਰ ਪਹਿਲੀ ਵਾਰੀ ਇਹੋ ਜਿਹਾ ਹੋਇਆ ਕਿ ਵਿਦੇਸ਼ ਯਾਨੀ ਕੈਨੇਡਾ ਵਰਗੀ ਸਟੇਟ 'ਚ ਯਾਨੀ ਕੈਨੇਡਾ ਵਰਗੇ ਦੇਸ਼ 'ਚ ਜਿਹੜਾ ਹੈ ਉਹ ਇੰਡੀਆ ਦਾ ਨਾਂ ਤੇ ਨਾਲ ਦੇ ਨਾਲ ਪ੍ਰਧਾਨ ਮੰਤਰੀ ਦਾ ਨਾਂ ਜਿਹੜਾ ਹੈ ਉਹ ਲਿੱਤਾ ਗਿਆ। ਦੂਸਰੇ ਪਾਸੇ ਜੇ ਅਸੀਂ ਇਹ ਗੱਲ ਕਰ ਲਈਏ ਕਿ G20 ਵੇਲੇ ਵੀ ਜਿਹੜਾ ਹੈਗਾ ਉਹ ਇਸ ਤਰੀਕੇ ਦੀ ਤਲਖੀ ਜਿਹੜੀ ਹੈ ਉਹ ਦੇਸ਼ਾਂ 'ਚ ਦੇਖਣ ਨੂੰ ਮਿਲੀ ਸੀਗੀ। ਸਭ ਤੋਂ ਪਹਿਲਾਂ ਜਿਹੜੀ ਜਾਣਕਾਰੀ ਮਿਲਦੀ ਹੈ ਕਿ ਜਸਟਿਨ ਟਰੂਡੋ ਜਦ ਪਹੁੰਚੇ ਸੀਗੇ, ਫੋਟੋ ਆਪਟ ਵੇਲੇ ਜਿਹੜਾ ਹੈਗਾ ਉਹ ਪੂਰੇ ਤਰੀਕੇ ਨਾਲ ਇੱਕ ਵਾਰਮ ਵੈਲਕਮ ਸੀਗਾ ਉਹ ਨਹੀਂ ਕਰਦੇ ਨਜ਼ਰ ਆਏ ਸੀਗੇ। ਦੂਜੇ ਪਾਸੇ ਜੇ ਲਾਂਚਿੰਗ ਦੀ ਗੱਲ ਕਰ ਲਈਏ, ਕੁਝ ਪਾਲਿਸੀ ਲਾਂਚਸ ਸੀਗੇ, ਉਸ ਵੇਲੇ ਵੀ ਆਪਣੇ ਆਪ ਨੂੰ ਜਿਹੜੀ ਦੋਰੀ ਬਣਾਉਂਦੇ ਨਜ਼ਰ ਆਏ ਸੀਗੇ। ਇਸ ਤੋਂ ਇਲਾਵਾ ਇੱਕ ਸਪੈਸ਼ਲ ਡਿਨਰ ਰੱਖਿਆ ਗਿਆ ਸੀਗਾ ਸਾਰੇ ਜਿੰਨੇ ਵੀ ਪ੍ਰਧਾਨ ਮੰਤਰੀ ਸੀਗੇ ਤੇ ਉਹਨਾਂ ਦੇ ਡੈਲੀਗੇਟ ਸੀਗੇ ਉਹਨਾਂ ਲਈ, ਉਹਨਾਂ 'ਚ ਵੀ ਉਹ ਮਿਸਿੰਗ ਨਜ਼ਰ ਆਏ ਸੀਗੇ। ਤੇ ਨਾਲ ਦੇ ਨਾਲ ਜਦ ਪਲੇਨ ਖਰਾਬ ਹੋਇਆ ਸੀਗਾ ਉਹਨਾਂ ਦਾ ਤਾਂ ਭਾਰਤ ਨੇ ਉਸ ਸਮੇਂ ਵੀ ਜਾਣਕਾਰੀ ਮਿਲਦੀ ਹੈ ਕਿ ਮਦਦ ਦੇ ਲਈ ਹੱਥ ਜਿਹੜਾ ਕਿ ਵਧਾਇਆ ਸੀਗਾ, ਪਰ ਉਸ ਸਮੇਂ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਿਹੜਾ ਹੈ ਉਹ ਇੱਕ ਤਲਖੀ ਦਿਖਾਉਂਦੇ ਹੋਏ ਮਨਾ ਕਰਤਾ ਸੀ ਕਿ ਨਹੀਂ ਅਸੀਂ ਜਿਹੜਾ ਹੈ ਆਪ ਆਪਣਾ ਪਲੇਨ ਠੀਕ ਕਰਵਾ ਕੇ ਜਿਹੜੇ ਜਾਵਾਂਗੇ। ਦੂਜੀ ਗੱਲ ਜਿਹੜੀ ਹੈ ਇਹ ਵੀ ਜਾਣਕਾਰੀ ਮਿਲ ਰਹੀ ਹੈ ਜਿਸ ਤਰੀਕੇ ਨਾਲ ਜਸਟਿਨ ਟਰੂਡੋ ਨੇ ਆਪਣੇ ਪਾਰਲੀਮੈਂਟ 'ਚ ਵੀ ਇਹ ਰੱਖੀ ਹੈ ਗੱਲ
ਕਿ ਉਹਨਾਂ ਨੇ G20 ਦੌਰਾਨ ਵੀ ਜਿਹੜਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ ਬਾਰੇ ਗੱਲ ਜਿਹੜੀ ਹੈ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਯਾਨੀ ਡਾਇਰੈਕਟਲੀ ਜਿਹੜੀ ਹੈ ਉਸ ਚੀਜ਼ ਤੇ ਗੱਲ ਕੀਤੀ ਸੀਗੀ। ਜੇ ਸਬੰਧ ਖਰਾਬ ਹੁੰਦੇ ਨੇ ਤਾਂ ਸਭ ਤੋਂ ਵੱਧ ਅਸਰ ਕਿਸ ਤੇ ਪੈ ਸਕਦਾ ਹੈ? ਕਿਉਂਕਿ ਵੱਡੀ ਆਬਾਦੀ ਪੰਜਾਬੀਆਂ ਦੀ ਉੱਥੇ, ਸਟੂਡੈਂਟਸ ਵੀ ਉੱਥੇ ਨੇ, ਨੌਕਰੀ ਵੀ ਉੱਥੇ ਕਰਦੇ ਨੇ, ਵਪਾਰ ਵੀ ਕੈਨੇਡਾ ਦੇ ਨਾਲ ਸਾਡੇ ਵਪਾਰਕ ਰਿਲੇਸ਼ਨਸ਼ਿਪਸ ਵੀ ਅੱਛੇ ਨੇ, ਤਾਂ ਸਭ ਤੋਂ ਵੱਧ ਅਸਰ ਆਪਾਂ ਕੀ ਕਹਿ ਸਕਦੇ ਹਾਂ ਕਿ ਕਿਸ ਚੀਜ਼ ਤੇ ਪੈ ਸਕਦਾ ਹੈ? ਦੇਖੋ ਸਭ ਤੋਂ ਵੱਡਾ ਕਿਉਂਕਿ ਇਸ ਵਕਤ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਇੰਪੋਰਟ ਐਕਸਪੋਰਟ ਵੀ ਜਿਹੜਾ ਹੈਗਾ ਉਹ ਕੁਝ ਸਮੇਂ ਲਈ ਬੰਦ ਹੋ ਸਕਦਾ ਹੈ, ਪਰ ਸਭ ਤੋਂ ਵੱਡੀ ਗੱਲ ਇਹ ਕਰ ਲਈਏ ਕਿ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਤੋਂ ਜੋ ਕੁਝ ਇੰਡੀਆ ਐਕਸਪੋਰਟ ਕਰਦਾ ਹੈ ਘੱਟੋ ਘੱਟ 3 ਬਿਲੀਅਨ ਦਾ ਐਕਸਪੋਰਟ ਹੈਗਾ। ਜੋ ਇੰਡੀਆ ਕੈਨੇਡਾ 'ਚ ਐਕਸਪੋਰਟ ਕਰਦਾ ਤੁਹਾਨੂੰ ਦੱਸ ਦਈਏ ਉਹ 4.11 ਬਿਲੀਅਨ ਹੈ, ਯਾਨੀ ਅਸੀਂ ਵੱਧ ਜਿਹੜਾ ਹੈਗਾ ਉਹ ਕੈਨੇਡਾ ਨੂੰ ਦਿੰਦੇ ਆ। ਇਸ ਕਰਕੇ ਜੇ ਇਹ ਬੰਦ ਹੁੰਦਾ ਤਾਂ ਸਾਨੂੰ ਵੱਧ ਨੁਕਸਾਨ ਹੋਏਗਾ। ਹੁਣ ਸਭ ਤੋਂ ਪਹਿਲਾਂ ਗੱਲ ਕਰ ਲਈਏ ਕਿ ਆਖਿਰਕਾਰ ਸਭ ਤੋਂ ਜ਼ਿਆਦਾ ਕੀ ਐਕਸਪੋਰਟ ਹੁੰਦਾ ਹੈ। ਜੇ ਕੈਨੇਡਾ ਦਾ ਅਸੀਂ ਕੁਝ ਲੈਂਦੇ ਆ ਉਹ ਹੁੰਦੀ ਹੈ ਕੋਲ ਅਸੀਂ ਜਿਹੜਾ ਹੈਗਾ ਉਹ 708 ਮਿਲੀਅਨ ਜਿਹੜਾ ਹੈ ਉਹ ਲੈਂਦੇ ਆ, 708 ਮਿਲੀਅਨ ਡਾਲਰਸ ਦਾ, US ਡਾਲਰ। ਜੇ ਅਸੀਂ ਆਪਣੇ ਦੇਸ਼ ਦੀ ਗੱਲ ਕਰ ਲਈਏ ਤਾਂ ਅਸੀਂ ਕੈਨੇਡਾ ਨੂੰ ਜਿਹੜੀ ਉਹ ਮੈਡੀਸਿਨਸ ਨੇ ਉਹ ਪ੍ਰੋਵਾਈਡ ਕਰਦੇ ਆ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਆਇਰਨ ਐਂਡ ਸਟੀਲ ਜਿਹੜਾ ਕੈਨੇਡਾ ਤੋਂ ਐਕਸਪੋਰਟ ਅਸੀਂ ਕਰਦੇ ਹਾਂ, ਕੈਨੇਡਾ ਐਕਸਪੋਰਟਸ ਟੂ ਇੰਡੀਆ ਉਹ 223 ਮਿਲੀਅਨ 10 ਮਿਲੀਅਨ ਹੈਗਾ। ਇਸ ਤੋਂ ਇਲਾਵਾ 2022 ਦੀ ਜਿਹੜੀ ਰਿਪੋਰਟ ਹੈਗੀ ਹੈ। ਇਸ ਤੋਂ ਇਲਾਵਾ ਪਰਲਸ ਦੀ ਗੱਲ ਕਰ ਲਈਏ, ਸਟੋਨਸ ਦੀ ਗੱਲ ਕਰ ਲਈਏ, ਮੈਟਲਸ ਦੀ ਗੱਲ ਕਰ ਲਈਏ, 149.70 ਮਿਲੀਅਨ ਦੇ ਜਿਹੜਾ ਹੈਗਾ ਉਹ ਅਸੀਂ ਜਿਹੜਾ ਹੈ ਉਹ ਕੈਨੇਡਾ ਤੋਂ ਇਹ ਪਰਲਸ ਲੈਂਦੇ ਆ। ਇਸ ਤੋਂ ਇਲਾਵਾ ਮਸ਼ੀਨਰੀ, ਨਿਊਕਲੀਅਰ ਰਿਐਕਟਰਸ, ਬੋਇਲਰਸ 146 ਮਿਲੀਅਨ, ਔਰਸ ਐਸ਼ਿਸ ਜਿਹੜਾ ਹੈ 141 ਮਿਲੀਅਨ। ਇਸ ਤਰੀਕੇ ਨਾਲ ਤਮਾਮ ਜਿਹੜੀਆਂ ਉਹ ਚੀਜ਼ਾਂ ਨੇ, ਪਰ ਸਭ ਤੋਂ ਵੱਡੀ ਚੀਜ਼ ਹੈ ਕਿ ਜਿਸ ਤਰੀਕੇ ਨਾਲ ਸਾਡੇ ਸਟੂਡੈਂਟਸ ਜਿਹੜੇ ਉਹ ਕੈਨੇਡਾ ਜਾਂਦੇ ਨੇ, ਹਜ਼ਾਰਾਂ ਕਰੋੜ ਰੁਪਏ ਜਿਹੜਾ ਹੈ ਉਹ ਲਾ ਕੇ ਜਾਇਆ ਜਾਂਦਾ ਹੈ। ਡਿਪੋਰਟ ਹੋਣ ਦੀ ਤਲਵਾਰ ਲਟਕੀ ਹੋਈ ਹੈ, ਆਪਾਂ ਇਹ ਕਹਿ ਸਕਦੇ ਹਾਂ ਕਿ ਤਲਵਾਰ ਲਟਕ ਸਕਦੀ ਰਿਪੋਰਟ ਹੋਣ ਦੀ। ਬਿਲਕੁਲ ਲਟਕੀ ਹੋਈ ਹੈ, ਕਿਉਂਕਿ ਜਿਹੜੇ 700 ਸਟੂਡੈਂਟ ਸੀਗੇ ਜਿਨ੍ਹਾਂ ਦੇ ਫੇਕ ਡਾਕੂਮੈਂਟ ਜਿਹੜੇ ਲੱਗੇ ਹੋਏ ਸੀਗੇ, ਤੇ ਉਸ ਸਮੇਂ ਜਸਟਿਨ ਟਰੂਡੋ ਨੇ ਕਹਿਤਾ ਸੀ ਕਿ ਅਸੀਂ ਸਾਰਾ ਜਿਹੜੇ ਉਹ ਚੈੱਕ ਕਰਾਂਗੇ, ਪਰ ਕਿਸੇ ਵੀ ਇੰਡੀਅਨ ਸਟੂਡੈਂਟ ਨੂੰ ਜਿਹੜਾ ਵਾਪਸ ਜਾਣ ਦੀ ਲੋੜ ਨਹੀਂ ਪਏਗੀ। ਪਰ ਹੁਣ ਜਿਸ ਤਰੀਕੇ ਨਾਲ ਰਿਸ਼ਤਿਆਂ 'ਚ ਤਲਖੀ ਹੋਈ ਵੀ ਹੈ, ਅਸੀਂ ਇਹ ਕਹਿ ਸਕਦੇ ਹਾਂ ਕਿ ਸ਼ਾਇਦ ਉਹਨਾਂ ਦੇ ਵੀ ਜਿਹੜਾ ਹੈ ਉਹ ਡੈਪੂਟੇਸ਼ਨ ਤੇ ਜਿਹੜੀ ਹੈ ਯਾਨੀ ਡਿਪੋਰਟ ਕੀਤੇ ਜਾ ਸਕਦੇ ਨੇ, ਉਹ ਤੇ ਵੀ ਜਿਹੜੀ ਤਲਵਾਰ ਲਟਕੀ ਹੋਈ ਹੈ। ਜੀ ਇੱਕ ਚੀਜ਼ ਹੋਰ ਵੀ ਹੈ ਕਿ ਕੈਨੇਡਾ ਦੀ ਇਕਨੋਮੀ ਹੈ ਜੋ ਉੱਥੇ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ। 16 ਐਮਪੀਜ਼ ਨੇ ਕੈਨੇਡਾ ਦੇ ਵਿੱਚ ਪੰਜਾਬੀ ਹੈ ਜੋ, ਔਰ ਵੱਡਾ ਹਿੱਸਾ ਪੰਜਾਬੀ ਆਬਾਦੀ ਦਾ ਉੱਥੇ ਜੋ ਕੰਮ ਕਰਦਾ ਹੈ, ਔਰ ਸਟੂਡੈਂਟਸ ਵੀ ਉੱਥੇ ਜਾਂਦੇ ਨੇ। ਔਰ ਚੀਜ਼ ਇਹ ਹੈ ਕਿ ਇਹ ਜੋ ਸਪੋਰਟ ਕੀਤਾ ਜਸਟਿਨ ਟਰੂਡੋ ਦੇ ਵੱਲੋਂ, ਹਾਲਾਂਕਿ ਭਾਰਤ ਕਹਿ ਰਿਹਾ ਕਿ ਇਹ ਸਹੀ ਬਿਆਨ ਨਹੀਂ ਹੈ, ਸਾਡਾ ਕੋਈ ਇਸ ਦੇ ਵਿੱਚ ਲੈਣਾ ਦੇਣਾ ਨਹੀਂ ਹੈ, ਪਰ ਜੋ ਅਧਿਕਾਰੀ ਜਿਸ ਨੂੰ ਰਿਪੋਰਟ ਕੀਤਾ ਗਿਆ ਉਸ ਦਾ ਨਾਮ ਵੀ ਲੀਕ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਕੀ ਪਤਾ ਚੱਲਿਆ ਕਿ ਕੌਣ ਹੈ? ਦੇਖੋ ਮੈਂ ਇੱਕ ਚੀਜ਼ ਜ਼ਰੂਰ ਮੈਂਸ਼ਨ ਕਰਨੀ ਚਾਹੂੰਗਾ, ਇਸ ਤੇ ਜੇ ਅਸੀਂ ਪੋਲੀਟੀਕਲ ਤਰੀਕੇ ਨਾਲ ਦੇਖੀਏ, ਕਿਉਂਕਿ ਇਸ ਭਾਰਤ ਨੇ ਸਾਫ਼ ਤੌਰ ਤੇ ਕਹਿੰਦੇ ਕਿ ਇੱਕ ਪੋਲੀਟੀਕਲ ਬਿਆਨ ਹੈ, ਚੋਣਾਂ ਹੋਣ ਜਾ ਰਹੀਆਂ ਨੇ ਉੱਥੇ, ਕੁਝ ਸਮੇਂ ਤੱਕ ਹੋ ਜਾਣਗੀਆਂ, ਇਸ ਕਰਕੇ ਪਹਿਲਾਂ ਤੋਂ ਤਿਆਰੀ ਕੀਤੀ ਜਾ ਰਹੀ ਹੈ, ਕਿਉਂਕਿ 2% ਤੋਂ ਵੱਧ ਪੋਪੂਲੇਸ਼ਨ ਜਿਹੜੀ ਹੈ ਉੱਥੇ ਸਿੱਖਾਂ ਦੀ ਹੈ। ਜੇ ਅਸੀਂ ਉਹਨਾਂ ਦੇ ਕੈਬਨਿਟ ਦੀ ਗੱਲ ਕਰ ਲਈਏ, ਹਰਜੀਤ ਸਿੰਘ ਸੱਜਣ ਵਰਗੇ ਜਿਹੜੇ ਆ ਉਹ ਕੈਬਨਿਟ ਮਿਨਿਸਟਰ ਉਹਨਾਂ ਨਾਲ ਸ਼ਾਮਲ ਨੇ। ਜੇ ਦੂਜੇ ਪਾਸੇ ਗੱਲ ਕਰ ਲਈਏ ਕੰਜ਼ਰਵੇਟਿਵ ਪਾਰਟੀਜ਼ ਦੀ, ਡੈਮੋਕ੍ਰੈਟਿਕ ਪਾਰਟੀ ਦੀ ਮਾਫ ਕਰਨਾ, ਤੇ ਉੱਥੇ ਜਗਮੀਤ ਸਿੰਘ ਵਰਗੇ ਜਿਹੜੇ ਹੈ ਉਹ ਲੀਡਰ ਸ਼ਾਮਿਲ ਨੇ। ਇਸ ਕਰਕੇ ਇੱਕ ਇਹ ਵੀ ਏਜੰਡਾ ਹੋ ਸਕਦਾ, ਕੋਸ਼ਿਸ਼ ਹੋ ਸਕਦੀ ਹੈ ਕਿ ਸਿੱਖ ਜਿੰਨੇ ਤੋਂ ਜਿੰਨੇ ਵੱਧ ਜਿਹੜਾ ਹੈ ਉਹ ਜਸਟਿਨ ਟਰੂਡੋ ਦੀ ਪਾਰਟੀ ਦੇ ਨਾਲ ਜੁੜਨਗੇ, ਤਾਂ ਇਹ ਮੁੱਦਾ ਹੋ ਸਕਦਾ ਇੱਕ ਤਰੀਕੇ ਨਾਲ ਸਿੰਪੈਥੀ ਦਿਖਾਉਣ ਦੀ ਦੂਜੇ ਦੇਸ਼ ਨੂੰ ਜਿਹੜਾ ਹੈ ਉਹ ਉਸ ਦੇ ਉੱਤੇ ਇਹ ਆਰੋਪ ਲਾ ਕੇ। ਹੁਣ ਫਿਲਹਾਲ ਇਹ ਦੇਖਣਾ ਹੋਵੇਗਾ, ਕਿਉਂਕਿ ਜਸਟਿਨ ਟਰੂਡੋ ਨੇ ਇਹ ਵੀ ਸਾਫ਼ ਕਰਤਾ ਸੀਗਾ ਕਿ G7 ਦਾ ਇੱਕ ਮੈਂਬਰ ਹੈਗਾ ਕੈਨੇਡਾ, ਜਿਹਦੇ ਵਿੱਚ US ਵੀ ਆਉਂਦਾ ਹੈ, ਫਰਾਂਸ ਵੀ ਆਉਂਦਾ ਹੈ, ਇੰਗਲੈਂਡ ਵੀ ਆਉਂਦਾ ਹੈ, ਤਾਂ ਉਹਨਾਂ ਨੂੰ ਵੀ ਯਾਨੀ ਇਮੈਨੂਅਲ ਮੈਕਰੋਨ ਜਿਹੜੇ ਫਰਾਂਸ ਦੇ ਪ੍ਰੈਜ਼ੀਡੈਂਟ ਨੇ, ਜਾਂ ਫਿਰ ਰਿਸ਼ੀ ਸੁਨਕ UK ਦੇ ਜਿਹੜੇ ਪ੍ਰੈਜ਼ੀਡੈਂਟ ਨੇ ਇੰਗਲੈਂਡ ਦੇ, ਉਸ ਤੋਂ ਇਲਾਵਾ ਜੋ ਬਾਈਡਨ US ਦੇ ਪ੍ਰੈਜ਼ੀਡੈਂਟ, ਉਹਨਾਂ ਸਾਰਿਆਂ ਨੂੰ ਇਹ ਗੱਲ ਜਿਹੜੀ ਦੱਸੀ ਗਈ ਹੈ। ਉਸ ਤੋਂ ਬਾਅਦ ਜਿਹੜੀ ਹੈ ਇਹ ਗੱਲ ਆ ਕੇ ਉਹਨਾਂ ਨੇ ਆਪਣੇ ਪਾਰਲੀਮੈਂਟ 'ਚ ਰੱਖੀ ਹੈ। ਇੱਕ ਚੀਜ਼ ਹੋਰ ਵੀ ਸਾਹਮਣੇ ਆਈ ਹੈ ਕਿ ਭਾਰਤ ਦੇ ਇਲਜ਼ਾਮ ਤੋਂ ਬਾਅਦ ਰॉ ਤੇ ਵੀ ਜਿਹੜੇ ਨੇ ਨਿਸ਼ਾਨੇ ਸਾਧੇ ਗਏ ਨੇ ਕੈਨੇਡਾ ਦੇ ਵੱਲੋਂ। ਔਰ ਦੂਸਰੀ ਚੀਜ਼ ਜੋ ਪਿਛਲੇ ਕਾਫੀ ਸਮੇਂ ਤੋਂ ਸਾਹਮਣੇ ਆ ਰਹੀ ਹੈ ਕਿ ਇੰਡੀਆ ਦੀ ਜੋ ਖੁਫੀਆ ਏਜੰਸੀ ਹੈ ਰੋ, ਉਹ ਇਜ਼ਰਾਈਲ ਦੀ ਏਜੰਸੀ ਹੈ ਜੋ ਮੋਸਾਦ, ਉਸ ਦੇ ਤਰੀਕੇ ਦੇ ਨਾਲ ਕੰਮ ਕਰਨ ਲੱਗੀ ਹੈ। ਇਹਨਾਂ ਦੇ ਵਿਚਕਾਰ ਕੋਈ ਆਪਸ ਦੇ ਵਿੱਚ ਲਿੰਕ ਹੈ ਸਾਰੀਆਂ ਚੀਜ਼ਾਂ ਦਾ? ਦੇਖੋ ਲਿੰਕ ਹੈ ਜਾਂ ਨਹੀਂ, ਹਲੇ ਤੱਕ ਕੋਈ ਪੁਖਤਾ ਜਾਣਕਾਰੀ ਇਹੋ ਜਿਹੀ ਸਾਹਮਣੇ ਨਹੀਂ ਆਈ ਹੈ, ਕਿਉਂਕਿ ਉੱਥੇ ਦੀ ਪੁਲਿਸ ਪਹਿਲਾਂ ਵੀ ਇਹ ਕਹਿ ਚੁੱਕੀ ਹੈ ਕਿ 2 ਗੁੱਟਾਂ 'ਚ ਲੜਾਈ ਸੀਗੀ, ਜਿਸ ਤੋਂ ਬਾਅਦ ਇਹ ਜਿਹੜੀ ਹੈ ਕਿਲਿੰਗ ਹੋਈ ਹੈ ਗੁਰਦੁਆਰੇ ਦੇ ਬਾਹਰ। ਉਹ ਗੁਰਦੁਆਰੇ ਤੋਂ ਜਿਹੜੇ ਕਿ ਵਿਵਾਦ ਹੋ ਰਿਹਾ ਸੀ, ਜਿਹੜੀ ਜਾਣਕਾਰੀ ਮਿਲ ਰਹੀ ਹੈ ਸਰੀ ਦੇ ਵਿੱਚ, ਜਿਹੜਾ ਬ੍ਰਿਟਿਸ਼ ਕੋਲੰਬੀਆ 'ਚ। ਪਰ ਕਿੰਨੀ ਕੁ ਉਸ 'ਚ ਪੁਖਤਾ ਜਾਣਕਾਰੀ ਹੈ ਕੀ ਹੈ, ਕਿਉਂਕਿ ਪਾਰਲੀਮੈਂਟ 'ਚ ਜਿਹੜਾ ਹੈ ਉਹ ਜਸਟਿਨ ਟਰੂਡੋ ਨੇ ਇਹ ਤਾਂ ਕਹਿਤਾ ਕਿ ਸਾਡੇ ਕੋਲ ਪੁਖਤਾ ਜਾਣਕਾਰੀ ਹੈ, ਪ੍ਰੂਫ ਹੈਗੇ ਹੈ, ਜਿਹੜੇ ਕਿ G20 'ਚ ਵੀ ਜਿਹੜੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਸੀ ਨਰਿੰਦਰ ਮੋਦੀ ਦੇ ਅੱਗੇ। ਪਰ ਆਖਿਰਕਾਰ ਕੀ ਪ੍ਰੂਫ ਨੇ, ਉਹ ਪ੍ਰੂਫ ਜਿਹੜੇ ਉਹ ਜ਼ਰੂਰ ਕਿੱਥੇ ਕੈਨੇਡਾ ਜਿਹੜੇ ਸਰਕਾਰ ਸ਼ੋਅ ਕਰਦੀ ਹੈ ਕਿ UN 'ਚ ਜਾਏਗੀ, ਕਿੱਥੇ ਜਾਏਗੀ, ਇਹ ਜ਼ਰੂਰ ਦੇਖਣਾ ਹੋਏਗਾ। ਪਰ ਵੱਡੀ ਗੱਲ ਹੈ ਕਿ ਹੱਲੇ ਜਿਸ ਤਰੀਕੇ ਦੇ ਇੱਕ ਹਾਲਾਤ ਬਣੇ ਹੋਏ ਨੇ, ਖਾਸ ਤੌਰ ਤੇ ਇੰਡੀਆ ਦੇ ਕੈਨੇਡਾ ਦੇ ਰਿਲੇਸ਼ਨ 'ਚ,
ਉਹ ਕਿਵੇਂ ਠੀਕ ਹੁੰਦੇ ਨੇ ਕਿਉਂਕਿ ਕੀ ਜਿਵੇਂ ਕਈ ਵਾਰੀ ਅਸੀਂ ਦੇਖਿਆ ਯੂਐਸ ਵਿੱਚ ਪੈ ਕੇ ਦੇਸ਼ਾਂ ਦੇ ਵਿੱਚ ਜਿਹੜਾ ਹੈ ਉਹ ਵਿਵਾਦ ਸੁਲਝਾਉਂਦਾ ਸੀਗਾ ਉਹ ਕਰਦਾ ਠੀਕ ਕਿ ਨਹੀਂ ਕਰਦਾ ਜਾਂ ਫਿਰ ਕਿਸ ਤਰੀਕੇ ਨਾਲ ਇਹ ਜਿਹੜੇ ਰਿਲੇਸ਼ਨਸ ਵਧਣਗੇ ਯਾਨੀ ਬੈਟਰ ਹੋਣਗੇ ਜਾਂ ਨਹੀਂ ਹੁੰਦੇ ਇਹ ਵੀ ਦੇਖਣਾ ਹੋਵੇਗਾ ਕਿਉਂਕਿ ਇੱਕ ਪਾਸੇ ਵੱਡੀ ਸਿੱਖ ਕਮਿਊਨਿਟੀ ਹੈ ਜਿਹਦੀ ਸਿੰਪੈਥੀ ਲੈਣ ਲਈ ਜਿਹੜਾ ਜਸਟਿਨ ਟਰੂਡੋ ਇਹ ਚੀਜ਼ ਕਰ ਰਹੇ ਨੇ ਜਾਂ ਫਿਰ ਵਾਕਈ ਕੋਈ ਹੋ ਜਾਏ ਸ਼ੁਕਰੀਆ ਬਸਮ तमाम ਜਾਣਕਾਰੀ ਸਾਡੇ ਤੱਕ ਪਹੁੰਚਾਉਣ ਦੇ ਲਈ ਤਾਂ ਕੈਨੇਡਾ ਤੇ ਭਾਰਤ ਵਿਚਾਲੇ ਵਿਵਾਦ ਹੈ ਜਿਹੜਾ ਉਹ ਵੱਧਦਾ ਜਾ ਰਿਹਾ As I've said, India, the government of India, needs to take this matter with the utmost seriousness. We are doing that. We are not looking to provoke or escalate. We are simply laying out the facts as we understand them, and we want to work with the government of India to lay everything clear and to ensure that there is proper process. One of the things that is so important today is that India and the government of India takes seriously this matter. It is extremely serious, and it has far-reaching consequences in international law and otherwise. For Canada, as I said yesterday, we're going to remain calm. We're going to remain grounded in our democratic principles and values. We're going to follow the evidence and make sure that the work is done to hold people. Over the course of the summer, we have been working closely with our intelligence agencies who are moving forward in their analysis. We wanted to make sure that we had solid grounding in understanding what was going on in analysis and indeed in facts. We wanted to make sure we were taking the time to talk with our allies, to share what we knew. We wanted to make sure that we fully shared with the government of India the seriousness and the depths of our preoccupations and indeed conclusions. But Canadians have a right to know and need to know when things are going on like this, and that's why we made the decision to do this. Well, look, these are concerning reports, and I note that investigations are still underway. But obviously, these are concerning reports, and as I've said, we are monitoring these developments closely with our partners, and will continue to do so.